नॉर्मली साढ़े कोल पेशेंट आते हैं कहते हैं किसी को ब्रैथलैसनैस हो रही है, किसी को अस्थमा है, ਅਸੀਂ ਉਹਨਾਂ ਨੂੰ ਇਹ ਦਵਾਈ ਦਿੰਦੇ ਹਾਂ ਐਂਡ ਦਵਾਈ ਕਾਰਗਰ ਹੈ। ਬਟ ਜੇ ਤੁਸੀਂ ਕਹੋ ਕਿ ਤੁਸੀਂ ਫਿਜ਼ੀਸ਼ੀਅਨ ਨੂੰ ਕੰਸਲਟ ਨਾ ਕਰੋ, ਘਰ ਬੈਠੇ ਸਿਰਫ ਇੱਕ ਦਵਾਈ ਦੇ ਬੇਸਿਸ ਤੇ ਤੁਸੀਂ ਉਸ ਨੂੰ 20 ਡ੍ਰੌਪਸ ਜਾਂ ਵਾਟਐਵਰ ਜਿਹੜਾ ਹੈ ਮੈਸੇਜ ਸਰਕੂਲੇਟ ਹੋ ਰਿਹਾ ਤੁਸੀਂ ਦੋਗੇ ਤੇ ਉਹ ਪੇਸ਼ੈਂਟ ਠੀਕ ਹੋ ਜਾਏਗਾ, ਦੈਟ ਇਜ਼ ਰੋਂਗ। ਤੁਸੀਂ WhatsApp ਮੈਸੇजेस ਤੇ ਇੰਨਾ ਡਿਪੈਂਡ ਨਾ ਕਰੋ। ਜੇ ਤੁਸੀਂ ਕਹੋ ਕਿ ਸਿਰਫ ਇਸ ਮੈਡੀਸਿਨ ਤੇ ਡਿਪੈਂਡ ਹੋ ਜਾਈਏ ਅਸੀਂ ਔਰ ਬਾਕੀ ਟ੍ਰੀਟਮੈਂਟ ਨਾ ਕਰਾਈਏ, ਦੈਟ ਇਜ਼ ਰੋਂਗ। ਮੈਡੀਸਿਨ ਪ੍ਰੋਪਰਲੀ ਸਿੰਪਟੋਮੈਟਿਕ ਮੈਡੀਸਿਨ ਤਾਂ ਚਲਾਣੀ ਜ਼ਰੂਰੀ ਹੈ। ਸਿਰਫ ਇੱਕ ਮੈਡੀਸਿਨ ਤੁਸੀਂ ਕਹੋ ਕਿ ਐਸਪੀਡੋਸਪਰਮਾ ਦੇ ਦਿੱਤੀ ਹੈ, ਨਹੀਂ, ਉਹ ਕੰਮ ਨਾ ਕਰੋ। ਡਾਕਟਰ ਕੋਲ ਜਾਣਾ ਜ਼ਰੂਰੀ ਹੈ। ਅਸੀਂ ਦੇਖਿਆ ਜਦੋਂ ਦਾ ਇਹ ਕਰੋਨਾ ਸ਼ੁਰੂ ਹੋਇਆ ਹੈ, ਇਹ ਸੋਸ਼ਲ ਮੀਡੀਆ ਤੇ ਬੜੇ ਲੋਕ ਡਾਕਟਰ ਬਣ ਰਹੇ ਨੇ, ਬੜੇ ਲੋਕ ਵਕੀਲ ਬਣ ਰਹੇ ਨੇ। ਤਾਂ ਆਮ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ? ਜਦ ਤੱਕ ਇੱਕ ਮਾਹਰ ਦੇ ਨਾਲ ਗੱਲ ਨਹੀਂ ਹੁੰਦੀ ਉਦੋਂ ਤੱਕ ਕੁਝ ਵੀ ਸਪਸ਼ਟ ਹੋਣਾ ਗਲਤ ਹੈ, ਸਪਸ਼ਟ ਖੁਦ ਕਰਨਾ ਗਲਤ ਹੈ। सिर्फ एस्पीडोस्पर्मा ही नहीं, बड़िया तरह दी मेडिसिन्स दे मैसेज आ रहे हैं और लोग पूछते हैं डॉक्टर साहब ए ले लिए, वो ले लिए, नहीं, वो गलत है। कई बार ज़्यादा मेडिसिन्स की भी ज़रूरत होती है एंड सीवियर केसेस विच तुसी यह काम ना करो कि असी घर बैठे हाँ और एक आर्सेनिक एल्बम ले ली या एक एस्पीडोस्पर्मा ले ली, दैट इज़ रॉन्ग। कल नूं कुछ होंदा है तो फिर प्रॉब्लम बढ़ जाएगी, सडनली तुसी रश करोगे तो हॉस्पिटल्स विच बैड भी नहीं मिल रहे। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਮਨ ਜੇਟਲੀ। ਕਰੋਨਾ ਦੀ ਇਸ ਦੂਸਰੀ ਸਟੇਨ ਦੇ ਚਲਦਿਆਂ ਬਹੁਤ ਸਾਰੇ ਲੋਕ ਬਹੁਤ ਸਾਰੇ ਸਵਾਲ ਪੁੱਛ ਰਹੇ ਨੇ। ਕੁਝ ਸੋਸ਼ਲ ਮੀਡੀਆ ਤੇ ਮੈਸੇजेस ਦਾ ਵਾਇਰਲ ਹੋਣਾ ਵੀ ਸਵਾਲ ਖੜੇ ਕਰ ਦਿੰਦਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਫਾਰਵਰਡ ਕੀਤਾ ਹਰ ਮੈਸੇਜ ਸਹੀ ਨਹੀਂ ਹੁੰਦਾ। ਜਿਸ ਤਰ੍ਹਾਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਠੀਕ ਉਸੇ ਤਰ੍ਹਾਂ ਸੋਸ਼ਲ ਮੀਡੀਆ ਤੇ WhatsApp ਤੇ ਜੇ ਤੁਹਾਨੂੰ ਕੋਈ ਮੈਸੇਜ ਆਉਂਦਾ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਮੈਸੇਜ ਤੇ ਭਰੋਸਾ ਕਰੋ। ਇਹ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਕਸੀਜਨ ਦੀ ਘਾਟ ਦੇ ਕਾਰਨ ਅਨੇਕਾਂ ਜਾਨਾਂ ਗਈਆਂ ਨੇ। ਛੋਟੇ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਸਪਲਾਈ ਨਹੀਂ ਜਾ ਰਹੀ, ਆਕਸੀਜਨ ਦਾ ਬਦਲ ਕੀ ਹੈ, ਇਹ ਸਵਾਲ ਪੁੱਛੇ ਜਾ ਰਹੇ ਸਨ। ਤਾਂ ਅਜਿਹੇ ਦੇ ਵਿੱਚ ਇਹ ਮੈਸੇਜ ਤੁਹਾਡੇ WhatsApp ਤੇ ਜਾਂ ਤੁਹਾਡੇ ਹੋਰ ਸੋਸ਼ਲ ਮੀਡੀਆ ਅਕਾਊਂਟ ਸੇ ਸ਼ਾਇਦ ਤੁਹਾਨੂੰ ਮਿਲਿਆ ਹੋਣਾ। ਜ਼ਿਆਦਾਤਰ WhatsApp ਤੇ ਮੈਸੇਜ ਵਾਇਰਲ ਹੋ ਰਿਹਾ ਹੈ। ਇੱਕ ਦਵਾਈ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਐਸਪੀਡੋਸਰਮਾ ਕਿਊ, ਇਹ ਦਵਾਈ ਦੱਸਿਆ ਜਾ ਰਿਹਾ ਹੈ ਕਿ ਆਕਸੀਜਨ ਦਾ ਲੈਵਲ ਜੇਕਰ ਗਿਰ ਜਾਂਦਾ ਹੈ ਤਾਂ ਆਕਸੀਜਨ ਮਿਲਣ ਦਾ ਇੰਤਜ਼ਾਰ ਨਾ ਕਰੋ, ਹਸਪੀਟਲ ਜਾਣ ਦੀ ਕੋਈ ਲੋੜ ਨਹੀਂ ਹੈ। ਇਸ ਦਵਾਈ ਦੀਆਂ ਠੀਕ 20 ਬੂੰਦਾਂ ਜਿਹੜੀਆਂ ਨੇ, ਇੱਕ ਕੱਪ ਪਾਣੀ ਦੇ ਵਿੱਚ 20 ਬੂੰਦਾਂ ਪਾ ਕੇ ਇਸ ਦਵਾਈ ਦੀ ਜੇਕਰ ਤੁਸੀਂ ਵਰਤੋਂ ਕਰਦੇ ਹੋ ਤਾਂ ਆਕਸੀਜਨ ਦਾ ਲੈਵਲ ਜੇ ਘਟਿਆ ਹੋਇਆ ਹੈ ਤਾਂ ਠੀਕ ਹੋ ਜਾਂਦਾ ਹੈ। ਵਧੇਰੇ ਜਾਣਕਾਰੀ ਮੇਰੇ ਨਾਲ ਇਸ ਵੇਲੇ ਮਾਹਰ ਮੌਜੂਦ ਨੇ, ਮਾਹਰਾਂ ਦੀ ਸਲਾਹ ਲੈਣੀ ਬੇहद ਲਾਜ਼ਮੀ ਹੈ। ਡਾਕਟਰ ਮਨਵਿੰਦਰ ਕੌਰ ਮਾਹੀ ਹੋਮਿਓਪੈਥਿਕ ਸਪੈਸ਼ਲਿਸਟ ਨੇ, ਤਾਂ ਜਾਣ ਲੈਂਦੇ ਹਾਂ ਕਿਉਂਕਿ ਦਵਾਈ ਹੋਮਿਓਪੈਥਿਕ ਹੈ ਤਾਂ ਕੀ ਫਾਰਵਰਡ ਹੋ ਰਿਹਾ ਹੈ ਮੈਸੇਜ ਠੀਕ ਹੈ ਜਾਂ ਨਹੀਂ। ਇਹ ਦਵਾਈ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਬਹੁਤ ਫਾਰਵਰਡ ਹੋ ਰਿਹਾ ਹੈ ਮੈਸੇਜ ਕਿ ਇਹ ਆਕਸੀਜਨ ਦਾ ਬਦਲ ਹੈ, ਤਾਂ ਕਿੰਨੀ ਕੁ ਸੱਚਾਈ ਹੈ ਇਸ ਗੱਲ? ਦੇਖੋ, ਦਵਾਈ ਅਸੀਂ ਯੂਜ਼ ਕਰਦੇ ਹਾਂ ਬ੍ਰੈਥਲੈਸਨੈਸ ਦੇ ਕੇਸਿਸ ਵਿੱਚ, ਅਸਥਮਾ ਦੇ ਕੇਸਿਸ ਵਿੱਚ, ਜਿੱਥੇ ਵੀ ਆਕਸੀਜਨ ਲੈਵਲ ਥੋੜ੍ਹਾ ਘਟ ਰਿਹਾ ਹੁੰਦਾ ਅਸੀਂ ਯੂਜ਼ ਕਰਦੇ ਹਾਂ। ਬਟ ਅਸੀਂ ਕਿਸੇ ਐਸੇ ਰਿਕਾਰਡਡ ਡਾਕੂਮੈਂਟਸ ਨਹੀਂ ਹੈਗੇ ਕਿ ਤੁਹਾਡਾ ਆਕਸੀਜਨ ਲੈਵਲ 60 ਹੈ 70 ਹੈ ਉੱਥੇ ਅਸੀਂ ਇਹ ਦਵਾਈ ਦੇ ਕੇ ਦੇਖੀ ਹੋਵੇ ਅਤੇ ਤੁਹਾਡਾ ਆਕਸੀਜਨ ਲੈਵਲ ਸ਼ੂਟ ਕਰ ਜਾਏ। ਅਸੀਂ ਕਿਸੇ ਕਰੋਨਾ ਦੇ ਹਸਪੀਟਲਾਈਜ਼ਡ ਜਾਂ ਸੀਰੀਅਸ ਪੇਸ਼ੈਂਟ ਨੂੰ ਇਹ ਦਵਾਈ ਦੇ ਕੇ ਨਹੀਂ ਦੇਖੀ, ਠੀਕ ਹੈ। ਨੋਰਮਲੀ ਸਾਡੇ ਕੋਲ ਪੇਸ਼ੈਂਟ ਆਉਂਦੇ ਹੈ ਕਹਿੰਦੇ ਆ ਕਿਸੇ ਨੂੰ ਬ੍ਰੈਥਲੈਸਨੈਸ ਹੋ ਰਹੀ ਹੈ, ਕਿਸੇ ਨੂੰ ਅਸਥਮਾ ਹੈ, ਅਸੀਂ ਉਹਨਾਂ ਨੂੰ ਇਹ ਦਵਾਈ ਦਿੰਦੇ ਹਾਂ ਐਂਡ ਦਵਾਈ ਕਾਰਗਰ ਹੈ। ਬਟ ਜੇ ਤੁਸੀਂ ਕਹੋ ਕਿ ਤੁਸੀਂ ਫਿਜ਼ੀਸ਼ੀਅਨ ਨੂੰ ਕੰਸਲਟ ਨਾ ਕਰੋ, ਘਰ ਬੈਠੇ ਸਿਰਫ ਇੱਕ ਦਵਾਈ ਦੇ ਬੇਸਿਸ ਤੇ ਤੁਸੀਂ ਉਸ ਨੂੰ 20 ਡ੍ਰੌਪਸ ਜਾਂ ਵਾਟਐਵਰ ਜਿਹੜਾ ਹੈ ਮੈਸੇਜ ਸਰਕੂਲੇਟ ਹੋ ਰਿਹਾ ਤੁਸੀਂ ਦੋਗੇ ਤੇ ਉਹ ਪੇਸ਼ੈਂਟ ਠੀਕ ਹੋ ਜਾਏਗਾ, ਦੈਟ ਇਜ਼ ਰੋਂਗ। ਤੁਸੀਂ WhatsApp ਮੈਸੇजेस ਤੇ ਇੰਨਾ ਡਿਪੈਂਡ ਨਾ ਕਰੋ। ਡਾਕਟਰ ਕੋਲ ਜਾਣਾ ਜ਼ਰੂਰੀ ਹੈ, ਸਲਾਹ ਲੈਣੀ ਜ਼ਰੂਰੀ ਹੈ। ਹੋਰ ਵੀ ਕਈ ਹੋਰ ਦਵਾਈਆਂ ਵੀ ਨਾਲ ਤੁਹਾਨੂੰ ਲੈਣੀਆਂ ਪੈ ਸਕਦੀਆਂ, ਇੱਕ ਦਵਾਈ ਦੇ ਬੇਸਿਸ ਤੇ ਤੁਸੀਂ ਠੀਕ ਨਹੀਂ ਹੋ ਸਕਦੇ। ਵੈਂਟੀਲੇਟਰ ਦਾ ਇੱਕ ਬਦਲ, ਇੱਕ 4 ਜਾਂ 20 ਬੂੰਦਾਂ ਵਾਲੀ ਦਵਾਈ, ਇਹ ਹਜ਼ਮ ਵੀ ਨਹੀਂ ਹੋਈ ਸੀ ਬਹੁਤੇ ਲੋਕਾਂ ਨੂੰ ਇਹ ਗੱਲ। ਨਹੀਂ, ਦੇਖੋ, ਦਵਾਈ ਨੋ ਡਾਊਟ ਅੱਛੀ ਹੈ, ਅਸੀਂ ਦਿੰਦੇ ਹਾਂ ਬ੍ਰੈਥਲੈਸਨੈਸ ਦੇ ਕੇਸਿਸ ਵਿੱਚ ਜਿੱਥੇ ਆਕਸੀਜਨ ਘਟ ਰਹੀ ਹੈ। ਈਵਨ ਟੈਕਸਟ ਵਿਕਸ ਵਿੱਚ ਸਾਡੇ ਕੋਲ ਇਹਦਾ ਹੈਗਾ ਆਰਟੀਰੀਅਲ ਥਰੋਮਬੋਸਿਸ, ਜਿਹੜੇ ਆਪਾਂ ਕਰੋਨਾ ਦੇ ਕੇਸਿਸ ਵਿੱਚ ਵੀ ਪਹਿਲਾਂ ਰਿਪੋਰਟਸ ਆਈਆਂ ਕਿ ਇਹਦੇ ਵਿੱਚ ਜਦੋਂ ਨਿਮੋਨੀਆ ਹੁੰਦਾ ਤਾਂ ਥਰੋਮਬੋਸਿਸ ਹੁੰਦੀ ਹੈ। ਥਰੋਮਬੋਸਿਸ ਦੇ ਕੇਸਿਸ ਵਾਸਤੇ ਵੀ ਦਵਾਈ ਜਿਹੜੀ ਹੈ ਇਹ ਕਹੀ ਜਾਂਦੀ ਹੈ ਦੇਣ ਨੂੰ। ਬਟ ਜੇ ਤੁਸੀਂ ਕਹੋ ਕਿ ਸਿਰਫ ਇਹ ਦਵਾਈ ਲੈ ਲਈ ਔਰ ਡਾਕਟਰ ਕੋਲ ਨਹੀਂ ਗਏ, ਉਹ ਕੰਮ ਨਾ ਕਰੋ। ਦਵਾਈ ਲਓ, ਠੀਕ ਹੈ, ਦਵਾਈ ਕਾਰਗਰ ਹੈ, ਬਟ ਡਾਕਟਰ ਕੋਲ ਜਾਣਾ ਜ਼ਰੂਰੀ ਹੈ। ਘਰ ਬੈਠੇ ਇਸ ਤਰ੍ਹਾਂ ਸੀਰੀਅਸ ਕੇਸਿਸ ਦਾ ਇਲਾਜ ਨਹੀਂ ਹੁੰਦਾ। ਕਰੋਨਾ ਦੇ ਜਿਹੜੇ ਕੇਸਿਸ ਨੇ, ਜੇ ਤੁਹਾਡਾ ਕਨਫਰਮਡ ਕੇਸ ਵੀ ਹੈ, ਤੁਸੀਂ RT-PCR ਕਰਾ ਲਿਆ, ਕੇਸ ਕਨਫਰਮ ਵੀ ਹੈ, ਜਾਂ ਤੁਸੀਂ ਐਂਟੀਬੋਡੀਜ਼ ਟੈਸਟ ਕਰਵਾਏ ਹੈ, ਸਟਿਲ ਜੇ ਮਾਈਲਡ ਹੈ ਜਾਂ ਮੋਡਰੇਟ ਕੇਸ ਹੈ, ਲਾਈਕ ਤੁਹਾਡਾ ਫੀਵਰ 100 ਤੋਂ ਥੱਲੇ ਆ ਰਿਹਾ, ਮਾਈਲਡ ਜੀ ਖਾਂਸੀ ਹੈ ਜਾਂ ਖਾਂਸੀ ਨਹੀਂ ਹੈ, ਹਲਕਾ ਜਿਹਾ ਗਲਾ ਖਰਾਬ ਹੈ, ਸਿਰਫ ਖਰਾਸ਼ ਹੈ, ਉਹਨੇ ਕੇਸ ਤੁਸੀਂ ਘਰ ਬੈਠੇ ਮੈਨੇਜ ਕਰ ਸਕਦੇ ਹੋ।
ਜੇ ਤੁਹਾਡਾ ਆਕਸੀਜਨ ਲੈਵਲ ਥੋੜਾ ਜਿਹਾ ਲੋ ਹੋ ਰਿਹਾ ਤੁਸੀਂ ਮੈਡੀਸਨ ਸ਼ੁਰੂ ਕਰੋ। ਇਸ ਮੈਡੀਸਨ ਖਰਾਬ ਨਹੀਂ ਹੈ, ਮੈਡੀਸਨ ਗਲਤ ਨਹੀਂ ਹੈ, ਪਰ ਤੁਹਾਡਾ ਡਾਕਟਰ ਕੋਲ ਜਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਤੁਸੀਂ ਕਿਹਾ ਕਿ ਅਸਥਮਾ ਦੇ ਜਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਬ੍ਰੈਥਲੈਸਨੈਸ ਹੁੰਦੀ ਹੈ ਉਹਨਾਂ ਦੇ ਲਈ ਇਹ ਦਵਾਈ ਕਾਰਗਰ ਹੈ, ਪਰ ਜਿਹੜੇ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਪੇਸ਼ੈਂਟ ਸੀਰੀਅਸ ਹੋ ਜਾਂਦੇ ਨੇ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ, ਜ਼ਰੂਰੀ ਨਹੀਂ ਹੈ ਕਿ ਉਹ ਪੇਸ਼ੈਂਟ ਦੀ ਮੈਡੀਕਲ ਹਿਸਟਰੀ ਹੋਏ, ਉਹ ਅਸਥਮੈਟਿਕ ਹੈ ਜਾਂ ਉਹਨੂੰ ਇਹ ਬ੍ਰੈਥਲੈਸਨੈਸ ਦਾ ਇਸ਼ੂ ਰਹਿੰਦਾ ਹੈ। ਨਹੀਂ, ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਰਫ ਕਰੋਨਾ ਦੇ ਕੇਸਿਸ ਵਿੱਚ ਹੀ ਇਹ ਮੈਡੀਸਿਨ ਯੂਜ਼ ਕਰਨੀ ਹੈ। ਮੈਡੀਸਿਨ ਵੈਸੇ ਵੀ ਰੈਗੂਲਰ ਵੀ ਅਸੀਂ ਯੂਜ਼ ਕਰਦੇ ਹਾਂ, ਪਰ ਜੇ ਤੁਸੀਂ ਕਹੋ ਕਿ ਸਿਰਫ ਇਸ ਮੈਡੀਸਿਨ ਤੇ ਡਿਪੈਂਡ ਹੋ ਜਾਈਏ ਅਸੀਂ ਔਰ ਬਾਕੀ ਟ੍ਰੀਟਮੈਂਟ ਨਾ ਕਰੀਏ, ਦੈਟ ਇਜ਼ ਰੋਂਗ। ਮਤਲਬ ਇਹ ਦਵਾਈ ਹੈਗੀ ਹੈ ਤਾਂ ਹਸਪੀਟਲ ਨਹੀਂ ਜਾਣਾ, ਇਹ ਗੱਲ ਦਿਮਾਗ ਚੋਂ ਕੱਢਣੀ ਪੈਣੀ ਹੈ। ਹਸਪੀਟਲ ਵੈਸੇ ਵੀ ਤੁਸੀਂ ਮਾਈਲਡ ਕੇਸਿਸ 'ਤੇ ਨਾ ਜਾਓ। ਮਾਈਲਡ ਕੇਸਿਸ 'ਤੇ ਤੁਹਾਨੂੰ ਐਡਮਿਟ ਹੋਣ ਦੀ ਜ਼ਰੂਰਤ ਨਹੀਂ ਹੈ। ਜਦ ਤੱਕ ਤੁਹਾਡਾ ਆਕਸੀਜਨ ਲੈਵਲ 94 ਤੋਂ ਅਬਵ ਰਹਿੰਦਾ ਹੈ ਤੁਸੀਂ ਹਸਪੀਟਲ ਨਾ ਜਾ ਕੇ ਘਰ ਹੀ ਪ੍ਰੈਫਰ ਕਰੋ ਕਿ ਉਸਨੂੰ ਟਰੀਟ ਕਰੋ। ਸਟੀਮ ਲਓ, ਵਿਟਾਮਿਨ ਸੀ ਲਓ, ਜ਼ਿੰਕ ਲਓ ਐਂਡ ਮੈਡੀਸਿਨ ਪ੍ਰੋਪਰਲੀ ਸਿੰਪਟੋਮੈਟਿਕ ਮੈਡੀਸਿਨ ਤਾਂ ਚਲਾਉਣੀ ਜ਼ਰੂਰੀ ਹੈ। ਸਿਰਫ ਇੱਕ ਮੈਡੀਸਿਨ ਤੁਸੀਂ ਕਹੋ ਕਿ ਐਸਪੀਡੋਸਪਰਮਾ ਦੇ ਦਿੱਤੀ ਹੈ, ਨਹੀਂ, ਉਹ ਕੰਮ ਨਾ ਕਰੋ। ਡਾਕਟਰ ਕੋਲ ਜਾਣਾ ਜ਼ਰੂਰੀ ਹੈ। ਜਿਹੜੇ ਸੀਵੀਅਰ ਕੇਸ ਨੇ ਜਾਂ ਤੁਹਾਡਾ ਆਕਸੀਜਨ 94 ਤੋਂ ਥੱਲੇ ਡਿਪ ਹੋ ਰਿਹਾ, ਦੈਨ ਯੂ ਹੈਵ ਟੂ ਇਮੀਡੀਏਟਲੀ ਗੋ ਟੂ ਹਸਪੀਟਲ ਔਰ ਆਕਸੀਜਨ ਲੈਣੀ ਵੀ ਜ਼ਰੂਰੀ ਹੈ। ਮੈਂ ਉਦੋਂ ਨਹੀਂ ਕਹਾਂਗੀ ਤੁਸੀਂ ਸਿਰਫ ਐਸਪੀਡੋਸਪਰਮਾ ਲੈ ਲਓ ਤੇ ਤੁਸੀਂ ਯੂ ਵਿਲ ਬੀ ਆਲ ਰਾਈਟ। ਨਹੀਂ, ਬਾਕੀ ਟ੍ਰੀਟਮੈਂਟ ਵੀ ਜ਼ਰੂਰੀ ਹੈ। ਔਰ ਐਸਪੀਡੋਸਪਰਮਾ ਕਦੋਂ ਲੈ ਸਕਦੇ ਆ ਨਾਨ ਐਸਥਮੈਟਿਕ ਪੇਸ਼ੈਂਟਸ ਨੇ ਜਾਂ ਜਿਨ੍ਹਾਂ ਨੂੰ ਬ੍ਰੈਥਲੈਸਨੈਸ ਦਾ ਇਸ਼ੂ ਨਹੀਂ ਰਹਿੰਦਾ? ਅਪਾਰਟ ਫਰਮ ਦੈਟ ਹੋਰ ਕਿਹੜੇ ਵਿਅਕਤੀ ਕਿਵੇਂ ਲੈ ਸਕਦੇ ਨੇ? ਐਸਪੀਡੋਸਪਰਮਾ ਅਸੀਂ ਯੂਜ਼ ਕਰਦੇ ਹਾਂ ਮੋਸਟਲੀ ਅਸਥਮਾ, ਰੈਸਪੀਰੇਟਰੀ ਕੇਸਿਸ ਵਿੱਚ ਕਰਨੇ ਆ। ਆਕਸੀਜਨ ਦੀ ਸਪਲਾਈ ਇੰਪਰੂਵ ਕਰਦਾ, ਬ੍ਰੈਥਲੈਸਨੈਸ ਘਟਾਉਂਦਾ ਹੈ ਐਂਡ ਪੇਸ਼ੈਂਟ ਦੀ ਜਿਹੜੀ ਡਿਸਕੰਫਰਟ ਹੈ ਉਹ ਘਟਦੀ ਹੈ। ਇਸ ਤੋਂ ਇਲਾਵਾ ਕਿਸੇ ਪੇਸ਼ੈਂਟ ਦੇ ਲਈ? ਇਸ ਤੋਂ ਇਲਾਵਾ ਕਾਰਡੀਅਕ ਅਸਥਮਾ ਵਿੱਚ ਵੀ, ਕਾਰਡੀਅਕ ਫੇਲੀਅਰ ਵਿੱਚ ਵੀ ਪੇਸ਼ੈਂਟ ਜਿਹੜਾ ਬ੍ਰੈਥਲੈਸਨੈਸ ਹੋ ਜਾਂਦਾ ਹੈ। ਹੋਮਿਓਪੈਥਿਕ ਵਿੱਚ ਅਸੀਂ ਮੈਡੀਸਿਨਸ ਦਿੰਦੇ ਹਾਂ, ਦੋਜ਼ ਆਰ ਸਿੰਪਟੋਮੈਟਿਕ ਅਕੋਰਡਿੰਗ ਟੂ ਸਿੰਪਟਮਸ ਆਫ ਦ ਪੇਸ਼ੈਂਟ। ਜਿਹੜੇ ਵੀ ਤੁਹਾਡੇ ਸਿੰਪਟਮਸ ਆ ਰਹੇ, ਸਪੋਜ਼ ਤੁਹਾਨੂੰ ਬ੍ਰੈਥਲੈਸਨੈਸ ਹੋ ਰਹੀ ਹੈ ਐਂਡ ਅਸਥਮਾ ਹੈ ਜਾਂ ਤੁਹਾਨੂੰ ਕਾਰਡੀਅਕ ਰੀਜ਼ਨਸ ਕਰਕੇ ਹੋ ਰਹੀ ਹੈ ਜਾਂ ਕਿਸੇ ਵੀ ਹੋਰ ਰੀਜ਼ਨ ਕਰਕੇ ਹੋ ਰਹੀ ਹੈ, ਅਗਰ ਮੈਡੀਸਿਨ ਦਾ ਸਿੰਪਟਮ ਕੋਰਿਸਪੋਂਡ ਕਰਦਾ, ਇਟ ਵਿਲ ਵਰਕ। ਮੈਮ ਅਸੀਂ ਦੇਖਿਆ ਜਦੋਂ ਦਾ ਇਹ ਕਰੋਨਾ ਸ਼ੁਰੂ ਹੋਇਆ ਹੈ, ਇਹ ਸੋਸ਼ਲ ਮੀਡੀਆ ਤੇ ਬੜੇ ਲੋਕ ਡਾਕਟਰ ਬਣ ਰਹੇ ਨੇ, ਬੜੇ ਲੋਕ ਵਕੀਲ ਬਣ ਰਹੇ ਨੇ, ਤਾਂ ਆਮ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ? ਜਦ ਤੱਕ ਇੱਕ ਮਾਹਰ ਦੇ ਨਾਲ ਗੱਲ ਨਹੀਂ ਹੁੰਦੀ ਉਦੋਂ ਤੱਕ ਕੁਝ ਵੀ ਸਪਸ਼ਟ ਹੋਣਾ ਗਲਤ ਹੈ, ਸਪਸ਼ਟ ਖੁਦ ਕਰਨਾ ਗਲਤ ਹੈ। ਦੇਖੋ, ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਿਹੜੇ ਨੇ ਮੈਸੇਜ ਸਰਕੂਲੇਟ ਹੋ ਰਹੇ ਨੇ, ਸਾਡੇ ਕੋਲ ਵੀ ਆਉਂਦੇ ਨੇ ਔਰ ਸਿਰਫ ਐਸਪੀਡੋਸਪਰਮਾ ਹੀ ਨਹੀਂ, ਬੜੀਆਂ ਤਰ੍ਹਾਂ ਦੀਆਂ ਮੈਡੀਸਿਨਸ ਦੇ ਮੈਸੇਜ ਆ ਰਹੇ ਹਨ ਔਰ ਲੋਕ ਪੁੱਛਦੇ ਨੇ ਡਾਕਟਰ ਸਾਹਿਬ ਇਹ ਲੈ ਲਈਏ, ਉਹ ਲੈ ਲਈਏ। ਨਹੀਂ, ਉਹ ਗਲਤ ਹੈ। ਹਰ ਇੱਕ ਨੂੰ ਅਸੀਂ ਆਰਸੈਨਿਕਮ ਐਲਬਮ ਨੂੰ ਲੈ ਕੇ ਵੀ ਆਇਆ ਸੀ ਕਿ ਇਹ ਕਰੋਨਾ ਨੂੰ ਠੀਕ ਕਰ ਦਿੰਦੀ ਹੈ। ਨਹੀਂ, ਦੇਖੋ, ਆਰਸੈਨਿਕ ਐਲਬਮ ਇੱਕ ਚੰਗੀ ਮੈਡੀਸਿਨ ਹੈ। ਅਸੀਂ ਕੋਲਡ ਫਲੂ ਸਿੰਪਟਮਸ ਵਿੱਚ ਉਹਨੂੰ ਦਿੰਦੇ ਹਾਂ ਐਂਡ ਇਫੈਕਟਿਵ ਵੀ ਹੁੰਦੀ ਹੈ, ਕੋਲਡ ਕਾਫ ਹੋਵੇ, ਫਲੂ ਹੋਵੇ, ਬਟ ਕਰੋਨਾ ਨੂੰ ਠੀਕ ਕਰ ਦਿੰਦੀ ਹੈ। ਇੱਕ ਮੈਡੀਸਿਨ ਕਰੋਨਾ ਨੂੰ ਠੀਕ ਕਰ ਦਿੰਦੀ ਹੈ, ਅਸੀਂ ਇਸ ਤਰ੍ਹਾਂ ਡਿਪੈਂਡ ਨਹੀਂ ਕਰ ਸਕਦੇ। ਕਈ ਵਾਰ ਜ਼ਿਆਦਾ ਮੈਡੀਸਿਨਸ ਦੀ ਵੀ ਜ਼ਰੂਰਤ ਹੁੰਦੀ ਹੈ ਐਂਡ ਸੀਵੀਅਰ ਕੇਸਿਸ ਵਿੱਚ ਤੁਸੀਂ ਇਹ ਕੰਮ ਨਾ ਕਰੋ ਕਿ ਅਸੀਂ ਘਰ ਬੈਠੇ ਹਾਂ ਔਰ ਇੱਕ ਆਰਸੈਨਿਕ ਐਲਬਮ ਲੈ ਲਈ ਜਾਂ ਇੱਕ ਐਸਪੀਡੋਸਪਰਮਾ ਲੈ ਲਈ, ਦੈਟ ਇਜ਼ ਰੋਂਗ। ਕੱਲ੍ਹ ਨੂੰ ਕੁਝ ਹੁੰਦਾ ਤੇ ਫਿਰ ਪ੍ਰੋਬਲਮ ਵੱਧ ਜਾਏਗੀ, ਸਡਨਲੀ ਤੁਸੀਂ ਰਸ਼ ਕਰੋਗੇ, ਤੁਹਾਨੂੰ ਹਸਪੀਟਲਸ ਵਿੱਚ ਬੈੱਡ ਵੀ ਨਹੀਂ ਮਿਲ ਰਹੇ। ਇਸ ਕਰਕੇ ਆਪਣੇ ਕਰੀਬੀ ਦੀ, ਆਪਣੇ ਪਰਿਵਾਰਕ ਮੈਂਬਰ ਦੀ ਜ਼ਿੰਦਗੀ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਮੈਸੇਜ ਪੜ੍ਹ ਕੇ ਖਰਾਬ ਨਾ ਕੀਤੀ। ਨਹੀਂ, ਬਿਲਕੁਲ ਨਹੀਂ। ਸੋਸ਼ਲ ਮੀਡੀਆ ਦੇ ਮੈਸੇजेस ਦਾ ਇਸ ਤਰ੍ਹਾਂ ਨਾ ਕੋਈ ਵੀ ਮੈਸੇਜ ਵਾਇਰਲ ਕਰ ਸਕਦਾ ਹੈ, ਕੋਈ ਵੀ ਕੁਝ ਵੀ ਲਿਖ ਕੇ ਕਰ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਉਹ ਡਾਕਟਰ ਹੀ ਹੈ। ਜ਼ਰੂਰੀ ਨਹੀਂ ਹੈ ਕਿ ਉਹ ਡਾਕਟਰ ਹੀ ਹੈ, ਕੋਈ ਵੀ ਕਰ ਸਕਦਾ। ਜਿਸ ਨੂੰ ਲੱਗੇ ਕਿ ਹਾਂ ਮੈਂ ਮੈਡੀਸਿਨ ਲਈ ਸੀ, ਮੈਨੂੰ ਇਫੈਕਟ ਹੋਇਆ, ਤੁਸੀਂ ਵੀ ਇਹ ਲੈ ਲਓ, ਬਟ ਇਸ ਤਰ੍ਹਾਂ ਮੈਡੀਸਿਨਸ ਨਾ ਲਓ। ਸਿਰਫ ਐਸਪੀਡੋਸਪਰਮਾ ਹੀ ਨਹੀਂ, ਮੇਰੇ ਕੋਲ ਬਹੁਤ ਸਾਰੀਆਂ ਮੈਡੀਸਿਨਸ ਦੇ ਮੈਸੇजेस ਆ ਰਹੇ ਨੇ, ਇਹ ਲੈ ਲਈਏ, ਉਹ ਲੈ ਲਈਏ, ਇਸ ਤਰ੍ਹਾਂ ਨਹੀਂ। ਜਿਹੜੇ ਤਾਂ ਸਿੰਪਟਮਸ ਆ ਰਹੇ ਨੇ ਉਹਦੇ ਅਕੋਰਡਿੰਗ ਅਸੀਂ ਮੈਡੀਸਿਨ ਪ੍ਰਿਸਕ੍ਰਾਈਬ ਕਰਦੇ ਹਾਂ ਔਰ ਇੱਕ ਮੈਡੀਸਿਨ ਹਰ ਇੱਕ 'ਤੇ ਇਫੈਕਟਿਵ ਨਹੀਂ ਹੁੰਦੀ। ਆਰਸੈਨਿਕ ਐਲਬਮ ਅਗਰ ਇੱਕ ਬੰਦੇ 'ਤੇ ਇਫੈਕਟਿਵ ਹੈ ਤਾਂ ਜ਼ਰੂਰੀ ਨਹੀਂ ਕਿ ਦੂਸਰੇ 'ਤੇ ਵੀ ਇਫੈਕਟਿਵ ਉਨੀ ਹੀ ਹੋਵੇ, ਹੋ ਸਕਦਾ ਉਹਦੇ 'ਤੇ ਬਿਲਕੁਲ 0% ਇਫੈਕਟ ਆਏ। ਇਸ ਕਰਕੇ ਡਾਕਟਰ ਨੂੰ ਮਿਲਣਾ, ਹਰ ਇੱਕ ਦਾ ਕੇਸ ਇੰਡੀਵਿਜੂਅਲ ਹੁੰਦਾ, ਹਰ ਇੱਕ ਆਪਣੇ ਕੇਸ ਐਨਾਲਾਈਜ਼ ਕਰਵਾ ਕੇ ਡਾਕਟਰ ਕੋਲੋਂ ਹੀ ਮੈਡੀਸਿਨ ਲਏ। ਜਿਹੜੇ ਕਰੋਨਾ ਦੇ ਮਾਈਲਡ ਸਿੰਪਟਮਸ ਹੁੰਦੇ ਨੇ ਉਹ ਠੀਕ ਕਰਨ ਦੇ ਲਈ, ਉਹ ਤੋਂ ਬਾਹਰ ਨਿਕਲਣ ਦੇ ਲਈ ਕੀ ਹੋਮਿਓਪੈਥੀ ਮਦਦਗਾਰ ਹੈ? ਬਹੁਤ ਜ਼ਿਆਦਾ ਮਦਦਗਾਰ ਹੈ। ਸਾਰਾ ਦਿਨ ਅਸੀਂ ਟਰੀਟ ਕਰਦੇ ਹਾਂ। ਕੁਝ ਅਨਕਨਫਰਮਡ ਕੇਸਿਸ ਵੀ ਹੁੰਦੇ ਆ, ਕੁਝ ਕਨਫਰਮਡ ਕੇਸਿਸ ਵੀ ਹੁੰਦੇ ਆ। ਮਾਈਲਡ ਟੂ ਮੋਡਰੇਟ ਕੇਸਿਸ ਬੜੀ ਈਜ਼ੀਲੀ ਘਰ ਰਹਿ ਕੇ ਥੋੜ੍ਹੇ ਜਿਹੇ ਹਿਦਾਇਤਾਂ ਰੱਖ ਕੇ, ਥੋੜ੍ਹੇ ਪ੍ਰੀਕਾਸ਼ਨਸ ਲੈ ਕੇ ਠੀਕ ਕੀਤੇ ਜਾ ਸਕਦੇ ਆ। ਹਸਪੀਟਲਸ ਨੂੰ ਉਦੋਂ ਹੀ ਰਸ਼ ਕਰੋ ਜਦੋਂ ਤੁਹਾਡਾ ਜਾਂ ਤਾਂ ਆਕਸੀਜਨ ਲੈਵਲ 94 ਤੋਂ ਥੱਲੇ ਜਾ ਰਿਹਾ, ਜਾਂ ਤੁਸੀਂ ਜ਼ਿਆਦਾ ਬਿਮਾਰ ਹੋ ਰਹੇ ਹੋ, ਫੀਵਰ ਬਹੁਤ ਜ਼ਿਆਦਾ ਆ ਰਿਹਾ, ਜਾਂ ਕੋਈ ਸੀਰੀਅਸ ਕੰਡੀਸ਼ਨ ਆ ਰਹੀ ਹੈ। ਨਹੀਂ ਤਾਂ ਉਹਦੇ ਨਾਲ ਕੀ ਹੁੰਦਾ ਕਿ ਅੱਜ ਤੁਹਾਨੂੰ ਜ਼ਰੂਰਤ ਨਹੀਂ ਹੈ ਬਟ ਤੁਸੀਂ ਇੰਨਾ ਰਸ਼ ਪਾ ਰਹੇ ਹੋ ਕਿ ਇੱਕ ਜ਼ਰੂਰਤਮੰਦ ਬੰਦਾ ਜਿਸ ਨੂੰ ਵਾਕਈ ਬੈੱਡ ਚਾਹੀਦਾ, ਵੈਂਟੀਲੇਟਰ ਚਾਹੀਦਾ, ਉਹ ਉਸ ਨੂੰ ਨਹੀਂ ਮਿਲ ਪਾਉਂਦਾ। ਇਸ ਕਰਕੇ ਹਸਪੀਟਲਸ ਨੂੰ ਰਸ਼ ਸਮਝਦਾਰੀ ਵਰਤੋ। ਹਸਪੀਟਲਸ ਨੂੰ ਰਸ਼ ਕਰਨ ਦੇ ਬਜਾਏ ਜਦ ਤੱਕ ਤੁਸੀਂ ਮਾਈਲਡ ਸਿੰਪਟਮਸ ਨੇ ਘਰ ਹੀ ਟਰੀਟ ਕਰੋ
ਔਰ ਆਈਸੋਲੇਸ਼ਨ ਰੱਖੋ, ਧਿਆਨ ਰੱਖੋ, ਸਾਰੇ ਪ੍ਰੀਕਾਸ਼ਨਸ ਲਓ, ਦੂਜਿਆਂ ਨੂੰ ਸਪਰੈਡ ਨਾ ਹੋਵੇ। ਠੀਕ ਹੈ, ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ 'ਤੇ, ਖਾਸ ਤੌਰ ਤੁਹਾਡੇ WhatsApp 'ਤੇ ਜੇਕਰ ਇਹ ਮੈਸੇਜ ਵਾਇਰਲ ਹੋ ਰਿਹਾ ਹੈ। ਇੱਕ ਦਵਾਈ ਹੈ ਜਿਹੜੀ, ਇਸ ਦਵਾਈ ਦਾ ਨਾਮ ਐਸਪੀਡੋਸਪਰਮਾ ਕਿਊ ਹੈ। 20 ਬੂੰਦਾਂ 1 ਕੱਪ ਪਾਣੀ ਦੇ ਵਿੱਚ ਪਾ ਕੇ ਇਸ ਦਵਾਈ ਦਾ ਸੇਵਨ ਕਰਨ ਦੇ ਨਾਲ ਆਕਸੀਜਨ ਦਾ ਲੈਵਲ ਜਿਹੜਾ ਉਹ ਵੱਧ ਜਾਂਦਾ ਹੈ। ਤਾਂ ਸਿਰਫ ਇਸ ਮੈਡੀਸਨ ਤੇ ਡਿਪੈਂਡ ਹੋਣਾ, ਸਿਰਫ ਇਸ ਮੈਡੀਸਨ ਨੂੰ ਆਪਣੇ ਕੋਲ ਰੱਖ ਕੇ ਇਹ ਸੋਚ ਲੈਣਾ ਕਿ ਹੁਣ ਵੈਂਟੀਲੇਟਰ ਦੀ ਲੋੜ ਨਹੀਂ ਪਏਗੀ, ਜੇ ਹਾਲਤ ਜ਼ਿਆਦਾ ਖਰਾਬ ਹੋ ਰਹੀ ਹੈ, ਇਹ ਮੈਡੀਸਨ ਕੋਲ ਹੈ ਤਾਂ ਹਸਪਤਾਲ ਜਾਣ ਦੀ ਲੋੜ ਨਹੀਂ ਪਏਗੀ, ਇਹ ਸਰਾਸਰ ਗਲਤ ਹੈ। ਮਾਹਰਾਂ ਤੋਂ ਵੀ ਅਸੀਂ ਇਹੀ ਸਲਾਹ ਲਈ ਹੈ ਤੇ ਇਹਨਾਂ ਨੇ ਵੀ ਇਹੀ ਸਲਾਹ ਸਾਂਝੀ ਕੀਤੀ ਹੈ ਕਿ ਪਹਿਲਾਂ ਡਾਕਟਰ ਦੇ ਨਾਲ ਕੰਸਲਟ ਕੀਤਾ ਜਾਏ। ਇਹ ਦਵਾਈ ਕਾਰਗਰ ਜ਼ਰੂਰ ਹੈ, ਜਿਹੜੇ ਸਾਹ ਦੀ ਤਕਲੀਫ ਹੈ ਜਿਨ੍ਹਾਂ ਮਰੀਜ਼ਾਂ ਨੂੰ, ਉਹਨਾਂ ਦੇ ਲਈ ਇਹ ਕਾਰਗਰ ਹੈ, ਪਰ ਜਿਹੜੇ ਕਰੋਨਾ ਦੇ ਮਰੀਜ਼ ਨੇ ਜਿਨ੍ਹਾਂ ਦਾ ਆਕਸੀਜਨ ਲੈਵਲ ਡਿੱਗ ਰਿਹਾ ਹੈ, ਉਹਨਾਂ ਦੇ ਲਈ ਇਹ ਕਾਰਗਰ ਹੈ ਜਾਂ ਨਹੀਂ ਹੈ, ਇਸ ਨੂੰ ਸਿਰਫ ਇੱਕ ਮੈਸੇਜ ਦੇ ਬੇਸਿਸ ਤੇ ਜੱਜ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਅੱਜ ਅਸੀਂ ਖਾਸ ਗੱਲਬਾਤ ਕੀਤੀ ਹੈ। ਬਹੁਤ ਬਹੁਤ ਧੰਨਵਾਦ ਮੈਮ। ਡੇਲੀ ਪੋਸਟ ਪੰਜਾਬੀ ਦੀ ਇਸ ਖਾਸ ਪੇਸ਼ਕਸ਼ ਫਿਲਹਾਲ ਲੈਣਾ ਹੀ। ਕੈਮਰਾਮੈਨ ਵਿੱਕੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।